ਸਤਿ ਸ਼੍ਰੀ ਅਕਾਲ ਜੀ। ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨੀਤ ਕਪੂਰ। ਔਰ ਸੰਗਰੂਰ ਲੋਕ ਸਭਾ ਜਿਮਨੀ ਚੋਣ ਦੀ ਜਿਹੜੀ ਵੋਟਿੰਗ ਦੀ ਪ੍ਰੋਸੈਸ ਹੈ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਪ੍ਰੋਸੈਸ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹ ਵੀ ਆਪਣੇ ਵੋਟ ਦਾ ਭੁਗਤਾਨ ਕਰਦੇ ਨਜ਼ਰ ਆ ਰਹੇ ਨੇ। ਲੋਕਤੰਤਰ ਦੇ ਇਸ ਮਹਾਪਰਵ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ। ਵੋਟ ਦਾ ਭੁਗਤਾਨ ਕੀਤਾ ਇਹਨਾਂ ਨੇ ਆਪਣੇ, ਔਰ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਇਸ ਲੋਕਤੰਤਰ ਦੇ ਮਹਾਪਰਵ ਦਾ ਹਿੱਸਾ ਬਣਦੇ ਨਜ਼ਰ ਆਏ ਨੇ। ਚੀਮਾ ਸਾਹਿਬ, ਲੋਕਤੰਤਰ ਦਾ ਮਹਾਪਰਵ ਔਰ ਆਮ ਆਦਮੀ ਪਾਰਟੀ ਲਈ ਕਿਤੇ ਨਾ ਕਿਤੇ ਜ਼ਿਆਦਾ ਅਹਿਮੀਅਤ ਰੱਖਦਾ, ਕਿਉਂਕਿ 3 ਮਹੀਨੇ ਦੀ ਪਰਫਾਰਮੈਂਸ ਸਰਕਾਰ ਦੀ ਜਿਹੜੀ ਹੈ ਅੱਜ ਉਸਦਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਹੋਊਗਾ। ਔਰ ਉਹ ਰਿਪੋਰਟ ਕਾਰਡ ਅਗਰ ਜਨਤਾ ਮੰਨਦੀ ਹੈ ਕਿ ਸਹੀ ਹੈ ਤਾਂ ਅੱਜ ਜਿਮਣੀ ਚੋਣ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿੱਤਦੀ ਨਜ਼ਰ ਆਏਗੀ। ਤੁਹਾਡੀ ਪਾਰਟੀ ਕੀ ਕਹਿਣਾ ਚਾਹੋਗੇ ਇਸ ਚੋਣ ਨੂੰ ਲੈ ਕੇ? ਦੇਖੋ, ਹਲਕਾ ਪਾਰਲੀਮੈਂਟ ਸੰਗਰੂਰ ਦੇ ਵੋਟਰਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਗਾ। ਆਮ ਆਦਮੀ ਪਾਰਟੀ ਨੇ ਪਹਿਲੀ ਇਲੈਕਸ਼ਨ 2014 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੜੀ ਸੀ, ਔਰ ਉਸ ਤੋਂ ਬਾਅਦ 2019 ਚ ਲੜੀ, 2017 ਚ ਲੜੀ, ਹੁਣ 2022 ਚ ਲੜੀ। ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਆ ਇੱਥੋਂ ਜਿੱਦੀ ਆ ਰਹੀ ਆ, ਵੱਡੇ ਮਾਰਜਨ ਦੇ ਨਾਲ ਜਿੱਦੀ ਆ ਰਹੀ ਆ। ਸੋ ਮੈਂ ਸਮਝਦਾ ਇਸ ਵਾਰ ਹੈਟ੍ਰਿਕ ਜਿਹੜੀ ਆ ਉਹ ਆਮ ਆਦਮੀ ਪਾਰਟੀ ਮਾਰੂਗੀ, ਔਰ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਹੌਸਲੇ ਬੁਲੰਦ ਨੇਗੇ ਸਾਰੇ ਲੋਕ, ਆਪਣੇ ਆਪਣੇ ਘਰਾਂ ਚੋਂ ਨਿਕਲ ਕੇ। ਬੇਸ਼ੱਕ ਇਹ ਕੰਮਕਾਰ ਦਾ ਦਿਨ ਨੇਗੇ, ਬੇਸ਼ੱਕ ਧਾਨ ਦੇ ਜਿਹੜੇ ਬੀਜਣ ਦੇ ਸਮੇਂ ਦੇ ਦਿਨ ਨੇਗੇ, ਪਰ ਲੇਕਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਿਕਲ ਕੇ ਆ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇ ਰਹੇ ਨੇ। ਲੇਕਿਨ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਦਾ ਫਤਵਾ ਜਿਹੜਾ ਉਹ ਅੱਗੇ ਲਈ ਵੀ ਕਿਤੇ ਨਾ ਕਿਤੇ ਇੱਕ ਵੱਡਾ ਮੈਂਡੇਟ ਸਾਬਿਤ ਹੋ ਸਕਦਾ ਹੈ? ਕਿਉਂਕਿ ਵਿਰੋਧੀ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, 3 ਮਹੀਨੇ ਦੇ ਵਿੱਚ ਵਿਰੋਧੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੂਬੇ ਨੂੰ ਸਹੀ ਢੰਗ ਨਾਲ ਨਹੀਂ ਸਾਂਭ ਪਾ ਰਹੀ ਹੈ, ਤੇ ਉਹਨਾਂ ਨੂੰ ਇੱਕ ਮੈਸੇਜ ਆਊਗਾ ਜੇਕਰ ਤੁਹਾਡੀ ਜਿੱਤ ਹੁੰਦੀ ਹੈ, ਕਿਉਂਕਿ ਤੁਸੀਂ ਜਿੱਤ ਦਾ ਦਾਅਵਾ ਕਰ ਰਹੇ। ਦੇਖੋ, ਹਜੇ 3 ਮਹੀਨੇ ਦਾ ਸਮਾਂ ਹੋਇਆਗਾ। 3 ਮਹੀਨਿਆਂ ਦੇ ਦੌਰਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜੇ ਲਾਮਿਸਾਲ ਕੰਮ ਪੰਜਾਬੀਆਂ ਦੇ ਹੱਕ ਵਿੱਚ, ਪੰਜਾਬ ਦੇ ਹੱਕ ਵਿੱਚ ਕੀਤੇ ਨੇਗੇ। ਔਰ ਹਜੇ ਤਾਂ ਅਸੀਂ ਪਹਿਲਾ ਬਜਟ ਪੇਸ਼ ਕਰਨਾਗਾ, ਹਜੇ ਸਾਡਾ ਕਾਹਦਾ ਟੈਸਟ ਹੈਗਾ। ਹਜੇ ਤਾਂ ਅਸੀਂ ਪਹਿਲਾ ਬਜਟ ਪੇਸ਼ ਕਰਨਾਗਾ, ਹਜੇ ਤਾਂ 3 ਮਹੀਨੇ ਅਸੀਂ ਕੰਮ ਕੀਤੇ ਨੇਗੇ। ਪਹਿਲਾ ਬਜਟ ਪੇਸ਼ ਹੋਣਾਗਾ। ਇਹ ਕਾਂਗਰਸ ਨੂੰ ਵੀ ਪਤਾ ਗਾ, ਅਕਾਲੀਆਂ ਨੂੰ ਵੀ ਪਤਾ ਗਾ, ਬੀਜੇਪੀ ਵਾਲਿਆਂ ਨੂੰ ਵੀ ਪਤਾ ਗਾ ਕਿ ਬਜਟ ਤੋਂ ਬਿਨਾਂ ਤੁਸੀਂ ਸਕੀਮਾਂ ਅਨਾਉਂਸ ਨਹੀਂ ਕਰ ਸਕਦੇ। ਆ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ, ਇਹਦੇ ਵਿੱਚ ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਜਿੰਨੀਆਂ ਗਰੰਟੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀਆਂ ਨੇਗੀਆਂ, ਉਹ 100% ਪੂਰੀਆਂ ਕੀਤੀਆਂ ਜਾਣਗੀਆਂ। ਸੋ ਇਹਨਾਂ ਨੂੰ ਸਬਰ ਰੱਖਣਾ ਚਾਹੀਦਾ, ਔਰ ਬਿਲਕੁਲ ਜਿੰਨੇ ਵਾਅਦੇ ਕੀਤੇ ਨੇ ਉਹ 100% ਪੂਰੇ ਹੋਣਗੇ। ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉੱਤੇ ਸਰਕਾਰ 100% ਖਰਾ ਉਤਰੂਗੀ। ਤੁਸੀਂ ਮੈਨੂੰ ਦੱਸੋ, ਅੱਜ ਤੱਕ ਇਤਿਹਾਸਕ ਤੌਰ ਤੇ ਕਦੇ ਕਿਸੇ ਸਰਕਾਰ ਨੇ ਆਪਣਾ ਮੰਤਰੀ ਫੜਿਆ? ਇਹ ਤਾਂ ਆਪਣੇ ਮੰਤਰੀਆਂ ਨੂੰ ਬਚਾਉਂਦੇ ਹੁੰਦੇ ਸੀਗੇ। ਕਾਂਗਰਸ ਪਾਰਟੀ ਆਪਣੇ ਮੰਤਰੀਆਂ ਨੂੰ ਬਚਾਉਂਦੀ ਸੀ, ਅਕਾਲੀ ਦਲ ਬੀਜੇਪੀ ਵਾਲੇ ਆਪਣੇ ਮੰਤਰੀਆਂ ਨੂੰ ਬਚਾਉਂਦੇ ਸੀਗੇ। ਅਸੀਂ ਤਾਂ ਜੇਕਰ ਸਾਡੇ ਮੰਤਰੀ ਦੇ ਕਰਪਸ਼ਨ ਕੀਤੇ ਤਾਂ ਉਹਦੇ ਖਿਲਾਫ ਪਰਚਾ ਦਰਜ ਕਰਤਾ, ਉਹ ਜੇਲ੍ਹ 'ਚ ਭੇਜਤਾ, ਔਰ ਹੁਣੇ ਡਰਦੇ ਭੱਜਦੇ ਨੇਗੇ। ਦੇਖਿਆ ਤੁਸੀਂ, ਬਹੁਤ ਸਾਰੇ ਜਿਹੜੇ ਇਹਨਾਂ ਦੇ ਸਾਬਕਾ ਮਿਨਿਸਟਰ ਸੀ ਕਾਂਗਰਸ ਪਾਰਟੀ ਦੇ, ਕਿਹਦੀ ਸ਼ਰਨ ਲੈ ਲਈ? ਬੀਜੇਪੀ ਦੀ ਜਾ ਕੇ ਸ਼ਰਨ ਲੈ ਲਈ। ਬਹੁਤ ਸਾਰੇ, ਮੈਨੂੰ ਪਤਾ ਲੱਗਿਆ, ਕੋਈ ਬਿਹਾਰ ਨੂੰ ਭੱਜ ਗਿਆ, ਕੋਈ ਯੂਪੀ ਨੂੰ ਭੱਜ ਗਿਆ, ਕੋਈ ਬਾਹਰਲੇ ਦੇਸ਼ਾਂ ਨੂੰ ਭੱਜ ਗਿਆ। ਜਿੱਥੇ ਜਿੱਥੇ ਇਹਨਾਂ ਦੇ ਲੁਕਣਗਾਰ ਦੇ ਅੱਡੇ ਬਣਾਏ ਹੋਏ ਨੇਗੇ ਇਹਨਾਂ ਮਿਨਿਸਟਰਾਂ ਦੇ, ਸਾਬਕਾ ਐਮਐਲਏ ਦੇ, ਉੱਥੇ ਜਾ ਕੇ ਲੁਕ ਗਏ। ਪਰ ਲੇਕਿਨ ਕਾਨੂੰਨ ਦਾ ਡੰਡਾ ਚੱਲੂਗਾ, ਕਾਨੂੰਨ ਨੇ ਆਪਣਾ ਕੰਮ ਕਰਨਾਗਾ। ਜਿਹਨੇ ਕਰਪਸ਼ਨ ਕੀਤੀ ਆ, ਜਿਹਨੇ ਭ੍ਰਿਸ਼ਟਾਚਾਰ ਕੀਤਾ, ਜਿਹਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਆਪਣਾ ਹਿੱਸਾ ਪਾਇਆਗਾ, ਉਹ ਸਲਾਖਾਂ ਦੇ ਪਿੱਛੇ ਹੋਊਗਾ। ਚੀਮਾ ਸਾਹਿਬ, ਅਗਰ ਇਸ ਚੋਣ ਦੀ ਗੱਲ ਕਰੀਏ, ਇਸ ਦੇ ਵਿੱਚ ਜਿਹੜੇ ਮਸਲੇ ਉੱਭਰ ਕੇ ਸਾਹਮਣੇ ਆਏ ਨੇ, ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਪ੍ਰਚਾਰ ਕਰਦੇ ਨਜ਼ਰ ਆਏ ਕਿ ਕਿਸੇ ਵੀ ਸੂਰਤ 'ਚ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਐਕਸ ਮੰਤਰੀਆਂ ਦੀ ਫਾਈਲਾਂ ਦਾ ਵੀ ਜ਼ਿਕਰ ਹੋਇਆ। ਵਿਰੋਧੀਆਂ ਦੀ ਗੱਲ ਕਰੀਏ ਤੇ ਜਿਸ ਢੰਗ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਹਨਾਂ ਦੀ ਤਰਫੋਂ ਚੱਕਿਆ ਗਿਆ, ਜਾਂ ਹੋਰ ਕਈ ਮਸਲੇ ਲੈ ਕੇ ਉਹ ਜਿਹੜਾ ਪ੍ਰਚਾਰ ਕਰਦੇ ਨਜ਼ਰ ਆਏ, ਤੁਹਾਨੂੰ ਲੱਗਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਉਹ ਵੀ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦਾ? ਦੇਖੋ, ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ, ਬੀਜੇਪੀ, ਕਾਂਗਰਸ ਸੱਤਾ 'ਚ ਹੁੰਦੀ ਆ, ਇਹ ਲੋਕਾਂ ਦੇ ਮੁੱਦੇ ਭੁੱਲ ਜਾਂਦੇ ਨੇਗੇ। ਲੋਕਾਂ ਦੇ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਦੇ ਹੈਗੇ। ਸ਼੍ਰੋਮਣੀ ਅਕਾਲੀ ਦਲ 2 ਮੈਂਬਰ ਪਾਰਲੀਮੈਂਟ ਨੇ ਇਸ ਸਮੇਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਜਿਹੜੀ ਮਾੜੀ ਮੋਟੀ ਰਹਿੰਦ ਖੂੰਹਦ ਦਾ ਸ਼੍ਰੋਮਣੀ ਅਕਾਲੀ ਦਲ, 2 ਮੈਂਬਰ ਨੇਗੇ, ਬੀਬਾ ਹਰਸਿਮਰਤ ਕੌਰ ਬਾਦਲ ਜੀ, ਸੁਖਬੀਰ ਸਿੰਘ ਬਾਦਲ ਜੀ। ਉਹਨਾਂ ਦੀ ਜ਼ਬਾਨ ਤੋਂ ਕਦੇ ਇੱਕ ਲਫ਼ਜ਼, ਸਿੰਗਲ ਸੈਂਟੈਂਸ ਦੇਸ਼ ਦੀ ਪਾਰਲੀਮੈਂਟ 'ਚ ਕਦੇ ਬੋਲੇ ਨੇ ਬੰਦੀ ਸਿੰਘਾਂ ਦੇ ਪ੍ਰਤੀ? ਉੱਥੇ ਜਾ ਕੇ ਚੁੱਪ ਕਰ ਜਾਂਦੇ। ਕਦੇ ਕੋਈ ਲੈਟਰ ਲਿਖਿਆ ਹੋਵੇ, ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕੀਤੀ ਹੋਵੇ, ਦੇਸ਼ ਦੇ ਹੋਮ ਮਿਨਿਸਟਰ ਸਾਹਿਬਾਨ ਨਾਲ ਕਦੇ ਗੱਲ ਕੀਤੀ ਹੋਵੇ, ਦਿਖਾ ਦੇਣ। ਸੋ ਇਹ ਸਿਰਫ ਮਗਰਮੱਛ ਦੇ ਹੰਝੂ ਬਹਾਉਂਦੇ ਨੇਗੇ। ਸੋ ਦੇਖਿਓ, ਇਹਨਾਂ ਦਾ ਜਿਹੜਾ ਹੈਗਾ ਸੁਪੜਾ ਸਾਫ਼ ਹੋਊਗਾ, ਇਹਨਾਂ ਦੀ ਜ਼ਮਾਨਤ ਜ਼ਬਤ ਹੋਊਗੀ। ਔਰ ਦੂਜੇ ਪਾਸੇ ਕਾਂਗਰਸ ਪਾਰਟੀ ਆ, ਉਹ ਦੇਸ਼ 'ਚੋਂ ਖਤਮ ਹੋ ਰਹੀ ਆ। ਉਹ ਅੱਜ ਕੱਲ੍ਹ ਕਿੱਥੇ ਲੱਗੀ ਹੋਈ ਕਾਂਗਰਸ ਪਾਰਟੀ? ਭ੍ਰਿਸ਼ਟਾਚਾਰੀ ਨੂੰ ਬਚਾਉਣ 'ਚ ਲੱਗੀ ਹੋਈ ਆ। ਜਿਹੜੇ ਉਹਦੇ ਖੁਦ ਭ੍ਰਿਸ਼ਟਾਚਾਰੀ ਨੇ ਨਾ, ਜਿਹੜੇ ਉਹਦੇ ਸਾਬਕਾ ਮੰਤਰੀ, ਉਹਨਾਂ ਦੇ ਪ੍ਰਧਾਨ ਜੀ, ਸਭ ਨੂੰ, ਉਹਨਾਂ ਨੂੰ ਬਚਾਉਣ 'ਚ ਧਰਨਿਆਂ 'ਚ ਲੱਗੀ ਹੋਈ ਆ। ਅੱਜ ਕੱਲ੍ਹ ਕਾਂਗਰਸ ਪਾਰਟੀ ਜਿਹੜੀ ਬਚੀ ਖੁਚੀ ਰਹਿੰਦ ਖੂੰਹਦ ਕਾਂਗਰਸ ਪਾਰਟੀ ਆ, ਉਹ ਆਪਣੇ ਭ੍ਰਿਸ਼ਟਾਚਾਰੀ ਮੰਤਰੀਆਂ ਦੇ ਹੱਕ ਵਿੱਚ ਨਾਅਰੇ ਲਾ ਰਹੀ ਆ, ਪ੍ਰਦਰਸ਼ਨ ਕਰ ਰਹੀ ਆ, ਤਾਂ ਕਿ ਉਹਨਾਂ ਦੇ ਭ੍ਰਿਸ਼ਟਾਚਾਰੀ ਸਾਥੀ ਜੇਲ੍ਹ ਚਲਾ ਜਾਣ। ਪਰ ਲੇਕਿਨ ਕਾਨੂੰਨ ਆਪਣਾ ਕੰਮ ਕਰੂਗਾ। ਚਲੋ, ਕਾਨੂੰਨ ਆਪਣਾ ਕੰਮ ਕਰੇਗਾ। ਹੁਣ
ਜਿਹੜਾ ਵਿਧਾਨ ਸਭਾ ਦਾ ਇਜਲਾਸ ਵੀ ਕੱਲ ਤੋਂ ਸ਼ੁਰੂ ਹੋਣ ਵਾਲਾ ਉਸ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਅਗਨੀ ਪ੍ਰੀਖਿਆ ਤੁਹਾਡੀ ਉੱਥੇ ਵੀ ਰਹੂਗੀ ਕਿ ਨਵਾਂ ਟੈਕਸ ਕੋਈ ਜਨਤਾ ਤੇ ਨਾ ਲਾਇਆ ਜਾਏ ਔਰ ਜਨਤਾ ਨੂੰ ਸਹੂਲੀਅਤ ਵੀ ਮਿਲਦੀ ਹੋਈ ਨਜ਼ਰ ਆਏ, ਖਾਸ ਕਰਕੇ ਵਾਅਦੇ ਪੂਰੇ ਨਜ਼ਰ ਆਏ। ਤੇ ਇਸ ਤਰ੍ਹਾਂ ਦਾ ਬਜਟ ਕਿਆ ਤਿਆਰ ਹੋ ਚੁੱਕਿਆ ਹੈ ਜਿਹੜਾ ਜਨਤਾ ਦੀ ਉਮੀਦਾਂ ਤੇ ਖਰਾ ਉਤਰੂਗਾ? ਦੇਖੋ ਬਿਲਕੁਲ ਬਜਟ ਤਿਆਰ ਹੋ ਰਿਹਾ ਹੈ। ਇਹ ਪਹਿਲਾ ਬਜਟ ਆ ਪੰਜਾਬ ਦਾ, ਜਿਹੜਾ ਜਨਤਾ ਦਾ ਬਜਟ ਹੋਊਗਾ। ਪੂਰੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਆਏਗੇ, ਪੰਜਾਬ ਦੇ ਲੋਕਾਂ ਨਾਲ ਗੱਲ ਕੀਤੀ ਹੈ। ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਡਿਊਟੀ ਲਾਈ ਸੀ, ਅਰਵਿੰਦ ਕੇਜਰੀਵਾਲ ਜੀ ਨੇ ਡਿਊਟੀ ਲਾਈ ਸੀ ਕਿ ਪੰਜਾਬ ਦੇ ਲੋਕਾਂ ਨਾਲ ਜਾ ਕੇ ਗੱਲ ਕਰੋ, ਚਾਹੇ ਇੰਡਸਟਰੀ ਦੇ ਨੇ ਚਾਹੇ ਕੋਈ ਵੀ ਵਰਗਾ, ਜਾ ਕੇ ਸਾਰਿਆਂ ਨਾਲ ਗੱਲ ਕਰੋ। ਪੂਰੇ ਪੰਜਾਬ ਜਾ ਕੇ ਆਏ, ਲੋਕਾਂ ਦੇ ਬਹੁਤ ਸਾਰੇ ਲਿਖਤੀ ਸੁਝਾਅ ਵੀ ਆਏ ਨੇਗੇ। ਲਗਭਗ 20,000 ਤੋਂ ਉੱਪਰ ਲਿਖਤੀ ਤੌਰ ਤੇ ਲੋਕਾਂ ਨੇ ਭੇਜਿਆ ਸਾਨੂੰ। ਉਹ ਸਾਰੇ ਜਿਹੜਾ ਹੈਗਾ ਅਸੀਂ ਉਹਨਾਂ ਸਾਰੇ ਤੇ ਵਿਚਾਰ ਕੀਤਾ ਗਾ। ਬਹੁਤ ਸਾਰੇ ਪਾਲਿਸੀ ਨੂੰ ਲੈ ਕੇ ਸੀਗੇ, ਕਈ ਸਾਰੇ ਜਿਹੜੇ ਹੈਗੇ ਟਰਾਂਸਪੋਰਟ ਦੀ ਪਾਲਿਸੀ ਨੂੰ ਲੈ ਕੇ ਸੀ, ਇੰਡਸਟਰੀ ਦੀ ਪਾਲਿਸੀ ਨੂੰ ਲੈ ਕੇ ਸੀ, ਮਾਈਨਿੰਗ ਦੀ ਪਾਲਿਸੀ ਨੂੰ ਲੈ ਕੇ ਸੀ, ਬਿਜਲੀ ਦੀ ਪਾਲਿਸੀ ਨੂੰ ਲੈ ਕੇ ਮਾਈਨਿੰਗ ਸੀ। ਉਹ ਪਾਲਿਸੀਆਂ 'ਚ ਐਡਜਸਟ ਕੀਤੇ ਗਏ ਨੇ ਔਰ ਬਹੁਤ ਸਾਰੇ ਬਜਟ ਨੂੰ ਲੈ ਕੇ ਸੀਗੇ। ਸੋ ਸਾਰਿਆਂ ਨੂੰ ਇਨਕਾਰਪੋਰੇਟ ਕੀਤਾ ਗਿਆ ਗਾ ਔਰ ਸਭ ਤੋਂ ਬੜੇ ਅੱਛੇ ਤਰੀਕੇ ਦੇ ਨਾਲ ਜਿਹੜੀ ਆ ਝਾਤ ਮਾਰੀ ਗਈ ਆ, ਉਹਨਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਗਾ ਔਰ ਕੋਸ਼ਿਸ਼ ਕੀਤੀ ਗਈ ਆ ਕਿ ਸਾਰੇ ਮਸਲਿਆਂ ਦਾ ਹੱਲ ਕੀਤਾ ਜਾਵੇ। ਔਰ ਇਸ ਵਾਰ ਮੈਂ ਦਾਅਵੇ ਨਾਲ ਕਹਿਣਾਗਾ ਕਿ ਪਹਿਲੀ ਵਾਰ ਪੰਜਾਬ ਦੀ ਜਨਤਾ ਮਹਿਸੂਸ ਕਰੂਗੀ ਕਿ ਜਨਤਾ ਦਾ ਬਜਟ ਪੇਸ਼ ਹੋ ਰਿਹਾਗਾ, ਜਨਤਾ ਦਾ ਬਜਟ ਪੇਸ਼ ਹੋ ਰਿਹਾ। ਲੇਕਿਨ ਸਿੱਧੇ ਤੌਰ ਤੇ ਜੇਕਰ ਗੱਲ ਕਰੀਏ, ਆਖਰੀ ਸਵਾਲ ਹੀ ਲੈਣਾ ਚਾਹੂੰਗਾ ਕਿਉਂਕਿ ਬਿਜ਼ੀ ਸ਼ਡਿਊਲ ਹੈ, ਸ਼ਾਇਦ ਤੁਸੀਂ ਵੀ ਅੱਗੇ ਜਾਣਾ ਹੋਏਗਾ। ਲੇਕਿਨ ਜਿਸ ਢੰਗ ਦੇ ਨਾਲ ਐਕਸਾਈਜ਼ ਪਾਲਿਸੀ ਆਈ ਹੈ ਉਸ ਨੂੰ ਲੈ ਕੇ ਕੁਝ ਇੱਕ ਪੱਧਰ ਦੇ ਉੱਪਰ ਵਿਰੋਧ ਵੀ ਹੁੰਦਾ ਹੋਇਆ ਨਜ਼ਰ ਆਇਆ। ਨਾਲ 1 ਜੁਲਾਈ ਤੋਂ ਜਿਹੜੀ ਸਸਤੀ ਬਿਜਲੀ ਜਾਂ ਫਿਰ ਜਿਹੜੀ ਮੁਫਤ ਬਿਜਲੀ ਦੀ ਸਕੀਮ ਹੈ ਉਹ ਵੀ ਕਿਹਾ ਜਾ ਰਿਹਾ ਸ਼ੁਰੂ ਹੋ ਜੂਗੀ, ਲੋਕਾਂ ਨੂੰ ਉਸ ਦਾ ਲਾਭ ਮਿਲੇਗਾ। ਤੇ ਇਸ ਸਾਰੀ ਸਕੀਮਾਂ ਦੇ ਅੰਤਰਗਤ ਕਿਆ ਇੰਨਾ ਸਾਡੇ ਕੋਲ ਸਰਮਾਇਆ ਹੈਗਾ, ਕਿਉਂਕਿ ਪੰਜਾਬ ਪਹਿਲਾਂ ਹੀ ਕਿਹਾ ਜਾਂਦਾ ਸੀ ਕਿ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ, ਇੰਨਾ ਸਰਮਾਇਆ ਹੈਗਾ ਕਿ ਸਾਰੀਆਂ ਸਕੀਮਾਂ ਦਾ ਲਾਭ ਜਿਹੜਾ ਉਹ ਤੁਰੰਤ ਮਿਲਣਾ ਸ਼ੁਰੂ ਹੋ ਜਾਏ? ਕਿਉਂਕਿ ਹਜੇ ਤੇ ਬੀਬੀਆਂ ਵੀ ਕਹਿ ਰਹੀਆਂ ਨੇ ਕਿ 1000 ਸਾਨੂੰ ਜਿਹੜਾ ਵਾਅਦਾ ਕੀਤਾ ਸੀ 1000 ਰੁਪਏ ਦੇਣ ਦਾ, ਉਹ ਵਾਅਦਾ ਕਦੋਂ ਪੂਰਾ ਕਰੋਗੇ? ਦੇਖੋ ਹੁਣ ਤੱਕ ਕੀ ਹੁੰਦਾ ਆਇਆਗਾ ਕਿ ਲੋਕ ਟੈਕਸ ਦਿੰਦੇ ਸੀਗੇ। ਪੰਜਾਬ ਦੇ ਲੋਕ, ਪੰਜਾਬ ਦਾ ਹਰ ਇੱਕ ਵਰਗ ਜਿਹੜਾ ਸੀਗਾ ਉਹ ਟੈਕਸ ਪੇ ਕਰਦਾ ਸੀਗਾ, ਪਰ ਉਸ ਟੈਕਸ ਦੀ ਲੁੱਟ ਜਿਹੜੀ ਆ ਉਹ ਰਾਸਤੇ 'ਚ ਹੋ ਜਾਂਦੀ ਸੀ। ਉਹ ਟੈਕਸ ਖਜ਼ਾਨੇ ਤੱਕ ਨਹੀਂ ਪਹੁੰਚਦਾ ਸੀਗਾ। ਔਰ ਪਹਿਲੀ ਵਾਰ ਇਮਾਨਦਾਰ ਲੋਕਾਂ ਦੀ ਸਰਕਾਰ ਬਣੀ ਆ ਔਰ ਲੋਕਾਂ ਦੇ ਵਿੱਚ ਖੜੇ ਆਂਗੇ, ਇਮਾਨਦਾਰੀ ਦਾ ਕੰਮ ਕਰ ਰਹੇ ਆਂਗੇ। ਉਹ ਟੈਕਸ ਦਾ ਕੱਲਾ ਪੈਸਾ ਖਜ਼ਾਨੇ 'ਚ ਪਹੁੰਚਣ ਲੱਗਿਆ ਗਿਆ। ਟੈਕਸ ਦੀ ਕਲੈਕਸ਼ਨ ਵਧੀ ਆ ਔਰ ਹੋਰ ਵੀ ਟੈਕਸ ਦੀ ਕਲੈਕਸ਼ਨ ਵਧੂਗੀ, ਚਾਹੇ ਉਹ ਐਕਸਾਈਜ਼ ਦੇ ਰਾਹੀਂ ਆ, ਚਾਹੇ ਉਹ GST ਦੇ ਰਾਹੀਂ ਆ ਜਾਂ ਹੋਰ ਟੈਕਸਾਂ ਦੇ ਰਾਹੀਂ ਆ। ਟੈਕਸ ਦੀ ਕਲੈਕਸ਼ਨ ਵਧੂਗੀ। ਟੈਕਸ਼ਨ ਦੀ ਕਲੈਕਸ਼ਨ ਕਿਉਂ ਵਧੂਗੀ? ਕਿਉਂਕਿ ਲੋਕ ਇਮਾਨਦਾਰ ਸਰਕਾਰ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਹੈ ਕੰਮ ਕਰਨਾ ਚਾਹੁੰਦੇ ਨੇਗੇ। ਸੋ ਬਿਲਕੁਲ ਟੈਕਸ ਦੀ ਕਲੈਕਸ਼ਨ ਵਧੂਗੀ, ਟੈਕਸ ਦੀ ਵੱਧ ਵੀ ਰਹੀ ਆ। ਔਰ ਜਿੰਨੀਆਂ ਗਰੰਟੀਆਂ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਜਿੰਨੀਆਂ ਗਰੰਟੀਆਂ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ, ਉਹ 100% ਪੂਰੀਆਂ ਕਰਾਂਗੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ 100% ਗਰੰਟੀਆਂ ਕਹਿ ਰਹੇ ਨੇ ਪੂਰੀਆਂ ਹੋਣਗੀਆਂ ਔਰ ਆਪਣੇ ਜਿਹੜਾ ਮਤ ਦਾ ਭੁਗਤਾਨ ਉਹ ਵੀ ਕਰ ਚੁੱਕੇ ਨੇ, ਵੋਟ ਪਾ ਚੁੱਕੇ ਨੇ। ਸਿੱਧੇ ਤੌਰ ਤੇ ਇਹ ਵੀ ਕਹਿ ਰਹੇ ਨੇ ਕਿ ਵੱਡਾ ਉਤਸ਼ਾਹ, ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਵਾਰ ਜਿਸ ਤਰ੍ਹਾਂ ਦਾ ਪ੍ਰਚਾਰ ਇਸ ਜਿਮਨੀ ਚੋਣ ਦੇ ਵਿੱਚ ਹੋਇਆ ਉਸ ਨੂੰ ਵੇਖਦੇ ਹੋਏ ਇੱਥੋਂ ਦੀ ਜਨਤਾ ਕਿਸ ਨੂੰ ਫਤਵਾ ਦਿੰਦੀ ਹੋਈ ਨਜ਼ਰ ਆਊਗੀ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਸੰਗਰੂਰ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।